ਤਖਤ ਚਬਰ ਛਤਰ ਦੇ ਮਾਲਕ, ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ, ਬਾਣੀ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ 'ਤੇ ਸਫਲ ਹੋ ਜਾਵੇ। ਹਰ ਦਿਨ ਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾੜਿਆਂ ਫਿਕਰਾਂ ਚਿੰਤਾਵਾਂ ਤੋਂ ਬਚ ਜਾਈਏ, ਜਮਾਂ ਦੀ ਮਾਰ ਤੋਂ ਵੀ ਬਚੀਏ। ਔਰ ਜੋ ਦੇਖਦੇ ਸੁਣਦੇ ਆ ਰਹੇ ਆਪਾਂ 84 ਲੱਖ ਗੰਦੀਆਂ ਮੰਦੀਆਂ ਜੂਨੀਆਂ, ਉਹਨਾਂ ਤੋਂ ਵੀ ਆਪਣਾ ਛੁਟਕਾਰਾ ਹੋ ਜਾਵੇ। ਪਾਤਸ਼ਾਹ ਕੋਈ ਨਾ ਕੋਈ ਸਾਨੂੰ ਨਵੇਂ ਤੋਂ ਨਵਾਂ ਢੰਗ ਤਰੀਕਾ ਦੱਸ ਕੇ ਸਾਨੂੰ ਅਸਲੇ ਨਾਲ ਗੰਦੀਆਂ ਮੰਦੀਆਂ ਟੇਢੀਆਂ ਮਿੱਡੀਆਂ ਜੂਨੀਆਂ ਤੋਂ ਬਚਾਉਣਾ ਚਾਹੁੰਦੇ ਨੇ। ਅੱਜ ਜਿਹੜੇ ਰਾਤ ਦਿਨ ਦੇ ਦੁੱਖਾਂ ਕਲੇਸ਼ਾਂ ਵਿੱਚ ਆਪਾਂ ਕਾੜਿਆਂ ਸਾੜਿਆਂ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਪਾਤਸ਼ਾਹ ਸਾਡਾ ਜੀਵਨ ਜਿਹੜਾ ਹੈ ਉਹ ਸੁਖੀ ਦੇਖਣਾ ਚਾਹੁੰਦੇ ਨੇ। ਇੱਕ ਉਦਾਹਰਨ ਦੇ ਦੇਵਾਂ, ਜਿੱਦਾਂ ਮਾਤਾ ਪਿਤਾ ਹਰ ਆਪਣੇ ਬੱਚੇ ਨੂੰ ਸੁਖੀ ਦੇਖਣਾ ਚਾਹੁੰਦਾ ਹੈ, ਹਰ ਮਾਤਾ ਪਿਤਾ ਆਪਣੇ ਬੱਚੇ ਨੂੰ ਸੁਖੀ ਦੇਖਣਾ ਚਾਹੁੰਦਾ ਹੈ ਔਰ ਤਰੱਕੀ ਕਰਨਾ ਚਾਹੁੰਦਾ ਦੇਖਣਾ ਚਾਹੁੰਦਾ ਹੈ। ਸੰਸਾਰ ਵਿੱਚ ਜਸ ਉਹਦਾ ਆਪਣੇ ਕੰਨੀ ਸੁਣਨਾ ਚਾਹੁੰਦੇ ਨੇ, ਉਹ ਵੀ ਫਲਾਣੇ ਦਾ ਪੁੱਤਰ ਬੜਾ ਲਾਇਕ, ਫਲਾਣੇ ਦਾ ਪੁੱਤਰ ਬਹੁਤ ਹੋਣਹਾਰ ਹੈ, ਸਿਆਣਾ ਹੈ। ਹਰ ਮਾਂ ਪਿਓ ਦੀ ਇੱਛਾ ਹੁੰਦੀ ਹੈ। ਜਿਹੜਾ ਸਾਰੇ ਹੀ ਸੰਸਾਰ ਦੀ 84 ਲੱਖ ਜੂਨੀ ਦਾ ਪਿਤਾ ਹੈ, ਐਡੇ ਵੱਡੇ ਪਰਿਵਾਰ ਦਾ ਮਾਲਕ ਹੈ, ਕਿ ਉਹ ਨਹੀਂ ਚਾਹੁੰਦਾ, ਉਹ ਵੀ ਚਾਹੁੰਦਾ ਹੈ ਕਿ ਮੇਰਾ ਬਣਾਇਆ ਹੋਇਆ ਸੰਸਾਰ, ਮੇਰੀ ਕੀਤੀ ਹੋਈ ਹੈ ਤਿਆਰ ਕਾਇਨਾਤ ਸੁਖੀ ਵਸੇ, ਇਹ ਖਲਕਤ ਸੁਖੀ ਵਸੇ, ਉਹ ਵੀ ਚਾਹੁੰਦਾ ਹੈ। ਇਸ ਤਰ੍ਹਾਂ ਗੁਰੂ ਦੀ ਵੀ ਇਹ ਸੋਚ ਹੁੰਦੀ ਹੈ ਕਿ ਜਿਹੜਾ ਰੱਬੀ ਪੈਗਾਮ ਮੈਨੂੰ ਪਰਮੇਸ਼ਰ ਦਿੰਦਾ ਹੈ, ਉਹ ਗੁਰਸਿੱਖ ਸੰਗਤਾਂ ਮੰਨ ਲੈਣ, ਸੁਣ ਲੈਣ ਅਤੇ ਇਹ ਸੁਖੀ ਹੋ ਜਾਣ। ਇੱਦਾਂ ਕਹਿ ਲਈਏ ਕਿ ਵੱਡਾ ਪਿਤਾ ਜਿਹੜਾ ਹੈ ਉਹ ਸਾਡਾ ਅਕਾਲ ਪੁਰਖ ਵਾਹਿਗੁਰੂ ਸਾਰੀ 84 ਲੱਖ ਜੂਨ ਦਾ ਹੈ। ਵੈਸੇ ਗੁਰੂ ਵੀ ਸਭ ਵਾਸਤੇ ਸਾਂਝਾ ਹੁੰਦਾ ਪਿਆ, ਗੁਰੂ ਵੀ ਇੱਕ ਫਿਰਕੇ ਦਾ ਨਹੀਂ ਹੁੰਦਾ। ਆਓ ਆਪਾਂ ਗੁਰੂ ਸਾਹਿਬ ਤੋਂ ਪੁੱਛ ਲੈਂਦੇ, ਗੁਰੂ ਨਾਨਕ ਸਾਹਿਬ ਜੀ ਦੀਆਂ ਆਪਾਂ ਵਡਿਆਈਆਂ ਕਰਦੇ ਆਪਾਂ ਉਹਨਾਂ ਤੋਂ ਪੁੱਛ ਲੈਂਦੇ ਹਾਂ ਵੀ ਪਾਤਸ਼ਾਹ ਤੁਸੀਂ ਇੱਕ ਵਰਗ ਨੂੰ, ਇੱਕ ਕੌਮ ਨੂੰ, ਇੱਕ ਫਿਰਕੇ ਨੂੰ ਉਪਦੇਸ਼ ਦੇਣਾ ਚਾਹੁੰਦੇ ਜੇ, ਰੱਬੀ ਪੈਗਾਮ ਜਿਹੜਾ ਸੁਣਾਉਣਾ ਚਾਹੁੰਦੇ ਕਿ ਸਾਰੇ ਸੰਸਾਰ ਨੂੰ। ਜਦੋਂ ਪਾਤਸ਼ਾਹ ਨੂੰ ਅਸੀਂ ਪੁੱਛਾਂਗੇ ਨਾ, ਪਾਤਸ਼ਾਹ ਸਾਨੂੰ ਫਿਰ ਜਵਾਬ ਵੀ ਦਿੰਦੇ ਨਾਲ ਦੇ ਨਾਲ। ਉਹ ਕਹਿੰਦੇ ਵੀ ਦੱਸੋ, ਪਸ਼ੂ ਪ੍ਰੇਤ ਜਿਹੜੇ ਆ, ਪਕਸ਼ੀ ਆ, ਕੀੜੇ ਆ, ਹੋਰ ਅਨੇਕਾਂ ਜੂਨੀਆਂ ਨੇ, ਜਲ ਦੀਆਂ, ਥਲ ਦੀਆਂ, ਆਕਾਸ਼ ਦੀਆਂ, ਉਸ ਅਕਾਲ ਪੁਰਖ ਦੇ ਭਾਣੇ ਵਿੱਚ ਆ। ਇਨਸਾਨ ਇਕੱਲਾ ਇਕੱਲਾ ਇਨਸਾਨ ਹੈ ਜਿਹੜਾ ਭਾਣੇ ਤੋਂ ਬਾਹਰ ਹੋ ਕੇ ਭਰਮਿਆ ਫਿਰਦਾ ਹੈ। ਜਿਸ ਰਾਜਾ ਨੂੰ ਭਰਮਿਆ ਨਾ, ਇੱਦਾਂ ਭਰਮਿਆ ਫਿਰਦਾ ਹੈ।
ਪਰਮ ਐਡੀ ਵੱਡੀ ਸ਼ਕਤੀ ਦਾ ਮਾਲਕ ਹੈ, ਪਰ ਉਹ ਵੱਡੇ ਵੱਡੇ ਜਪੀਆਂ ਤਪੀਆਂ ਨੂੰ ਵੀ ਇਹਨੇ ਭਰਮਾ ਲਿਆ। ਆੜਾ ਮਹੀਨਾ ਪਰਸੋਂ ਨੂੰ ਚੜੂਗਾ ਨਾ, ਭਾਦੋਂ ਦਾ, ਉਸ ਪਾਤਸ਼ਾਹ ਨੇ ਸਾਨੂੰ ਇਹੋ ਹੀ ਗੱਲ ਦੱਸਣੀ ਹੈ ਵੀ ਇਹ ਜਿਹੜਾ ਭਰਮ ਹੈ ਨਾ, ਇਹ ਤਾਂ ਬਹੁਤ ਵੱਡੇ ਰਿਸ਼ੀਆਂ ਮੁਨੀਆਂ ਨੂੰ, ਬਹੁਤ ਵੱਡੇ ਵੱਡੇ ਜਪੀਆਂ ਤਪੀਆਂ ਨੂੰ ਭਰਮ ਨੇ ਡੁਲਾਤਾ। ਉਸੇ ਭਰਮ ਨੇ ਰਾਜੇ ਜਨਕ ਨੂੰ ਵੀ ਡੁਲਾਤਾ, ਪਰਮਾਤਾ। ਦੋ ਚਿੱਤਾ ਹੋ ਗਿਆ, ਦੋ ਬਥਾਈ ਵੰਡਿਆ ਗਿਆ, ਸੰਸਾਰ ਵਿੱਚ ਵੀ ਵੰਡਿਆ ਗਿਆ ਅਤੇ ਸੁਪਨੇ ਦੇ ਭਰਮ ਮੰਦਰ ਵੀ ਵੰਡਿਆ ਗਿਆ। ਤੇ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਕੇਵਲ ਮਨੁੱਖਤਾ ਹੈ, ਮਨੁੱਖਤਾ ਵਿੱਚ ਸਾਡੇ ਸਮਾਜਿਕ ਤੌਰ 'ਤੇ ਚਾਰ ਵਰਨ ਬਣ ਗਏ, ਖੱਤਰੀ ਬ੍ਰਾਹਮਣ ਸ਼ੂਦ ਵੈਸ। ਕਹਿੰਦੇ ਚਾਰਾਂ ਵਰਨਾਂ ਵਿੱਚੋਂ ਕੋਈ ਵੀ ਰੱਬੀ ਉਪਦੇਸ਼ ਸੁਣੂਗਾ ਉਹਦਾ ਪਾਰ ਉਤਾਰਾ ਹੋ ਜਾਊ। ਗੁਰੂ ਨਾਨਕ ਸਾਹਿਬ ਨੇ ਮੈਂ ਕੁਝ ਨਹੀਂ ਕਰਨਾ, ਮੈਂ ਤਾਂ ਸਿਰਫ ਪੈਗਾਮ ਲੈ ਕੇ ਤੁਹਾਨੂੰ ਸੰਸਾਰ ਨੂੰ, ਜੋ ਰੱਬੀ ਹੁਕਮ ਮੇਰੇ ਕੋਲ ਆਉਂਦਾ ਹੈ, ਮੈਂ ਤਾਂ ਸਿਰਫ ਤੁਹਾਨੂੰ ਸੁਣਾਉਣਾ ਹੈ, ਵੰਡਣਾ ਹੈ। ਮੇਰੀ ਸਿਰਫ ਉਹ ਡਿਊਟੀ ਹੈ। ਕੋਈ ਮੰਨੇ ਨਾ ਮੰਨੇ, ਕੋਈ ਉਸ ਪੈਗਾਮ ਦੇ ਤੌਰ 'ਤੇ ਜੀਵਨ ਆਪਣਾ ਜੀਵਨ ਚਲਾਵੇ ਜਾਂ ਨਾ ਚਲਾਵੇ, ਗੁਰੂ ਨਾਨਕ ਨੇ ਠੇਕਾ ਨਹੀਂ ਲਿਆ ਕਿਸੇ ਦਾ। ਹਾਂ, ਠੇਕਾ ਉਹ ਇਸ ਤੇ ਕਿਸ ਚੀਜ਼ ਦਾ ਲੈਂਦੇ ਨੇ, ਠੇਕਾ ਲੈਂਦੇ ਵੀ ਆ, ਉਹ ਲਿਖ ਕੇ ਦਿੱਤਾ ਬਕਾਇਦਾ ਉਹਨਾਂ ਨੇ। ਕਹਿੰਦੇ ਭਰਮ ਵਿੱਚ ਹੀ ਬੰਦਾ ਬੁਰਾ ਲੋਕਾਂ ਦਾ ਸੋਚਦਾ ਹੈ, ਭਰਮ ਵਿੱਚ ਹੀ ਬੰਦਾ ਲੋਕਾਂ ਦਾ ਬੁਰਾ ਸੋਚਦਾ ਹੈ ਕਿ ਸ਼ਾਇਦ ਇਸ ਸੰਸਾਰ ਵਿੱਚ ਮੈਂ ਹੀ ਮੈਂ ਹਾਂ, ਜੋ ਕੁਛ ਮੇਰੇ ਕੋਲ ਹੈ ਹੀ ਕਿਸੇ ਕੋਲ ਨਹੀਂ, ਭਰਮਿਆ ਹੋਇਆ। ਹਾਲਾਂਕਿ ਇਹਨੂੰ ਪਤਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਦੁਨੀਆ ਹੈ, ਬਹੁਤ ਵੱਡੀ ਦੁਨੀਆ ਹੈ ਅਤੇ ਬਹੁਤ ਵੱਡੇ ਲੋਕ ਹੈ ਮੇਰੇ ਨਾਲੋਂ। ਦੇਖੋ ਕੁਛ ਸ਼ਕਤੀਆਂ ਦਾ ਪਾਤਸ਼ਾਹ ਨੇ ਨਾਮ ਵੀ ਲਿਆ, ਜਿੱਦਾਂ ਰਾਵਣ ਦਾ ਲਿਆ, ਦੁਰਯੋਧਨ ਦਾ ਲਿਆ, ਬਹੁਤ ਵੱਡੀਆਂ ਹਸਤੀਆਂ ਦਾ ਲਿਆ ਨਾ। ਉਹਨਾਂ ਕਿਹਾ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ। ਜੇ ਅਸੀਂ ਉਹਨਾਂ ਦੀ ਰੀਸ ਕਰੀਏ ਕਿ ਅਸੀਂ ਉਹਨਾਂ ਤੁਲ ਹੈ, ਲੰਕਾ ਗੜ ਸੋਨੇ ਕਾ ਭਇਆ, ਜਿਹਦੇ ਖਾਣ ਵਾਲੇ ਬਰਤਨ ਵੀ ਸੋਨੇ ਦੇ, ਰਹਿਣ ਵਾਸਤੇ ਮਕਾਨ ਵੀ ਸੋਨੇ ਦੇ, ਪੈਣ ਵਾਸਤੇ ਪਲੰਘ ਵੀ ਸੋਨੇ ਦੇ, ਇੱਥੋਂ ਤੱਕ ਕਿ ਉਹਦਾ ਫੌਜੀ ਕਿਲ੍ਹਾ ਜਿਹੜਾ ਸੀਗਾ ਉਹ ਵੀ ਸੋਨੇ ਦਾ। ਏਡੇ ਏਡੇ ਵੱਡੇ ਅਮੀਰ ਦੁਨੀਆ 'ਤੇ ਅਸੀਂ ਥੋੜ੍ਹੀ ਜਿਹੀ ਮਾਇਆ ਨਾਲ ਭਰਮ ਗਏ ਵੀ ਮੇਰੇ ਵਰਗਾ ਕੋਈ ਨਹੀਂ। ਔਰ ਫਿਰ ਪਾਤਸ਼ਾਹ ਨੇ ਇੱਕ ਗੱਲ ਸਾਨੂੰ ਤਰਕ ਦੇ ਨਾਲ ਵੀ ਕਹੀ, ਕਹਿੰਦੀ ਸੱਜਣਾ, ਨਾ ਇਸ ਤੁਹਾਨੂੰ ਕੋਈ ਲੈ ਕੇ ਆਇਆ ਸੰਸਾਰ 'ਤੇ, ਨਾ ਕਿਸੇ ਨੇ ਇਸ ਤੁਹਾਨੂੰ ਲੈ ਕੇ ਜਾਣਾ, ਫਿਰ ਮਾਣ ਕਿਸ ਚੀਜ਼ ਦਾ। ਦੋ ਉਦਾਹਰਨਾਂ ਬਹੁਤ ਵੱਡੀਆਂ ਦਿੱਤੀਆਂ, ਰਾਵਣ ਦੀ ਅਤੇ ਦੁਰਯੋਧਨ ਦੀ। 12 ਯੋਜਨ ਛਤਰ ਚਲੇ ਥਾ, ਜਿਹਦੇ ਛੋਟੇ ਛੋਟੇ ਛਤਰਾਂ ਵਾਲੇ ਰਾਜੇ, ਯੋਜਨ ਹੁੰਦਾ ਪੈਰੋ 4 ਕੋਹ ਦਾ, ਅਤੇ 12 ਯੋਜਨ 48 ਮੀਲ ਕੋਹ। ਇੱਦਾਂ ਮੰਨ ਲਓ ਕਿ 150 ਕਿਲੋਮੀਟਰ ਵਿੱਚ ਜਿਹੜੇ ਦੁਰਯੋਧਨ ਦੇ ਥੱਲੇ ਛੋਟੇ ਰਾਜੇ ਸੀਗੇ, ਆਪਣੇ 'ਤੇ ਛਤਰ ਚਲਾਉਣ ਵਾਲੇ, ਰਾਜ ਕਰਨ ਵਾਲੇ, ਇੰਨੀ ਜਗ੍ਹਾ 'ਚ ਬੈਠਦੇ ਸੀ। ਪਬਲਿਕ ਕਿੰਨੀ ਹੋਊਗੀ, ਸੈਨਾ ਕਿੰਨੀ ਹੋਊਗੀ। ਫਿਰ ਹੰਕਾਰ ਤੇ ਪਾਤਸ਼ਾਹ ਨੇ ਉਹਦਾ ਨਾ ਰਹਿਣ ਦਿੱਤਾ।
ਖਾਸ ਕਰਕੇ ਭਰਮ ਦਾ ਹੀ ਬੰਦਾ ਸੰਸਾਰ ਵਿੱਚ ਅਹੰਕਾਰ ਕਰਕੇ ਮੇਰੇ ਕੋ ਆ, ਮੇਰੇ ਕੋ ਉਹ, ਮੇਰੇ ਕੋ ਯੋ, ਉੱਪਰ ਨੂੰ ਧਿਆਨ ਨਹੀਂ ਮਰਦਾ, ਮੇਰੇ ਤੋਂ ਉੱਤੇ ਬਹੁਤ ਦੁਨੀਆ ਹੈ। ਖੈਰ ਰਾਜਾ ਜਨਕ ਇੰਨਾ ਤਾਂ ਨਹੀਂ ਕਿਹਾ ਵੀ ਮੇਰੇ ਤੋਂ ਦੁਨੀਆ ਸਾਰੀ ਛੋਟੀ, ਮੈਂ ਸਭ ਤੋਂ ਵੱਡਾ ਹੈ, ਲੇਕਿਨ ਭਰਮ ਉਹ ਵੀ ਗਿਆ। ਔਰ ਭਰਮਿਆ ਵੀ ਕੀ, ਇੱਕ ਸੁਪਨੇ ਦੇ ਵਿੱਚ, ਸੁਪਨੇ ਵਿੱਚ ਭਰਮ ਗਿਆ। ਫਿਰ ਐਡਾ ਵੱਡਾ ਬਲਵਾਨ ਕਈ ਸਾਲ ਭਰਮਿਆ ਰਿਹਾ, ਇਸ ਪਾਸੇ ਆਉਣ ਦਿੱਤਾ ਹੀ ਨਹੀਂ। ਆਇਆ ਹੁਣ ਸਿੰਘਾਸਨ ਤੇ ਸਜਿਆ ਹੋਇਆ ਹੈ, ਬੈਠਾ ਹੋਏ। ਇੱਕ ਗੱਲ ਹੋਰ ਕਵਾਂ, ਦੇਖੋ ਪਿਆਰਿਓ, ਰਾਜਾ ਜਨਕ ਜਿਹੜਾ ਸੀ ਨਾ, ਰਾਜਾ ਜਨਕ ਜਿਹੜਾ ਸੀਗਾ, ਹੁਣ ਉਹਨੇ ਤੇ ਆਪਣੇ ਸਿੰਘਾਸਨ ਤੇ ਬੈਠਣਾ ਸੀ, ਤੇ ਗੁਰੂ ਵਾਸਤੇ ਆਪਣੇ ਨਾਲੋਂ ਵੀ ਚੰਗਾ ਸਿੰਘਾਸਨ ਬਣਾਇਆ ਚੰਦਨ ਦਾ। ਅਜੇ ਗੁਰੂ ਧਾਰਨ ਨਹੀਂ ਕੀਤਾ, ਲੇਕਿਨ ਕੱਲੀ ਜਗ੍ਹਾ ਹੀ ਅਜੇ ਗੁਰੂ ਦੀ ਬਣਾਈ, ਕੱਲੀ ਜਗ੍ਹਾ ਗੁਰੂ ਦੀ। ਅਜੇ ਗੁਰੂ ਦੇ ਬੈਠਣ ਵਾਸਤੇ ਕੱਲੀ ਜਗ੍ਹਾ ਬਣਾਈ ਹੈ। ਐਡਾ ਵੱਡਾ ਸਤਿਕਾਰ ਗੁਰੂ ਦਾ। ਗੁਰੂ ਅਜੇ ਪਤਾ ਨਹੀਂ ਕਿੰਨੇ ਬਣਨਾ ਸੀ, ਕਿੰਨੇ ਨਹੀਂ ਸੀ ਬਣਨਾ, ਲੇਕਿਨ ਗੁਰੂ ਦੇ ਦਾ ਆਸਨ ਇੰਨਾ ਸਜਾਤਾ ਕਿ ਮੇਰਾ ਗੁਰੂ ਉੱਤੇ ਬੈਠੂਗਾ। ਸੋਹਣਾ ਆਸਨ। ਹੁਣ ਜਦੋਂ ਆਪਾਂ ਪਿੱਛੇ ਵਿਚਾਰ ਕਰ ਰਹੇ ਹਾਂ, ਰਾਜਾ ਆਪਣੇ ਸਿੰਘਾਸਨ ਤੇ ਬੈਠ ਗਿਆ, ਅਸ਼ਟਾਵਕਰ ਨੂੰ ਗੁਰੂ ਵਾਲੇ ਆਸਨ ਤੇ ਬਿਠਾਤਾ। ਅਸ਼ਟਾਵਕਰ ਨੂੰ ਗੁਰੂ ਵਾਲੇ ਆਸਨ ਤੇ ਬਿਠਾਤਾ। ਤੇ ਹੁਣ ਜਦੋਂ ਸਵਾਲ ਕਿਹੜਾ ਕੀਤਾ ਸੀ ਅਸ਼ਟਾਵਕਰ ਨੇ, ਵੀ ਤਿੰਨਾਂ ਚੀਜ਼ਾਂ ਚੋਂ ਇੱਕ ਚੀਜ਼ ਦੇ ਦੇ ਮੈਨੂੰ, ਫਿਰ ਮੈਂ ਤੇਰਾ ਗੁਰੂ ਬਣ ਸਕਦਾ। ਹੁਣ ਸਵਾਲ ਜਿਹੜਾ ਕਰਦਾ ਪਿਆ ਉਹ ਤਾਂ ਸਵਾਲੀ ਹੋ ਕੇ ਕਰਦਾ ਨਾ, ਜਵਾਬ ਦੇਣ ਵਾਲਾ ਗੁਰੂ ਹੈ। ਹੁਣ ਕਿਹਾ ਜੇ ਤੂੰ ਮੈਨੂੰ ਗੁਰੂ ਮੰਨਣਾ ਚਾਹੁੰਦਾ ਹੈ ਤੇ ਪਹਿਲਾਂ ਮੇਰੀਆਂ ਸ਼ਰਤਾਂ ਮੰਨ। ਧੰਨ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਨਾ, ਉਹਨਾਂ ਨੇ ਵੀ ਸ਼ਰਤ ਇੱਕ ਰੱਖੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਉਹ ਕਹਿੰਦੇ ਜੇ ਤੂੰ ਮੇਰੇ ਨਾਲ ਵਰਤਣਾ ਚਾਹੁੰਦਾ ਹੈ, ਮੇਰੇ ਨਾਲ ਪਿਆਰ ਕਰਨਾ ਚਾਹੁੰਦਾ ਹੈ, ਫਿਰ ਹਉਮੈ ਹੰਕਾਰ ਵਾਲਾ ਜਿਹੜਾ ਸਿਰ ਹੈ ਨਾ ਤੇਰਾ ਸੱਜਣਾ, ਇਹਨੂੰ ਹੱਥ ਤੇ ਰੱਖ, ਭਾਵ ਪਾਸੇ ਕਰਦੇ, ਆਪਣੇ ਧੜ ਦੇ ਨਾਲੋਂ ਪਾਸੇ ਕਰਦੇ ਨੂੰ, ਤਨ ਦੇ ਨਾਲੋਂ ਪਾਸੇ ਕਰ ਇਹਨੂੰ। ਕੀ ਪਾਸੇ ਕਰਨਾ? ਹੰਕਾਰ। ਸਿਰ ਤਾਂ ਉੱਥੇ ਹੀ ਰਹਿਣਾ ਸੀ ਲੱਗਾ, ਸਿਰ ਕਿਹੜਾ ਪਾਸੇ ਹੋਣਾ ਸੀਗਾ। ਉੱਤੇ ਸਿਰ ਤੇ ਇੱਕ ਗੱਲ ਸੀ ਪਿਆਰਿਓ, ਸਿਰ ਤਾਂ ਇੱਕ ਗੱਲ ਸੀਗੀ। ਦੱਸ ਗੱਲ ਹੰਕਾਰ ਦੀ ਪਾਸ਼ਾ ਕਰਦੇ ਹੋ, ਬੇਹੰਕਾਰ ਨੂੰ ਪਾਸੇ ਕਰ। ਤੇ ਸਾਰੀਆਂ ਗੱਲਾਂ ਆਪਾਂ ਪਿੱਛੇ ਕਰੀਏ। ਕਹਿਣ ਲੱਗਾ ਜੀ ਮਨ ਤੁਹਾਨੂੰ ਦੇ ਦਿੱਤਾ, ਮਨ ਤੁਹਾਡਾ। ਅਸ਼ਟਾਵਕਰ ਜੀ ਕਹਿਣ ਲੱਗੇ ਰਾਜਾ ਜਨਕ ਸਮਝ ਸੋਚ ਕੇ ਵਾਅਦਾ ਕਰ ਰਹੇ ਹੈ, ਸਮਝ ਸੋਚ ਕੇ ਵਾਅਦਾ ਕਰਦਾ ਹੈ ਕਿ ਰਾਣੀਆਂ ਦੇ ਕਹਿ 'ਤੇ ਕਰ ਰਹੇ ਹੈ। ਕਹਿੰਦਾ ਜੀ ਰਾਣੀਆਂ ਦੇ ਕਹਿ 'ਤੇ ਵੀ ਕਰ ਰਿਹਾ ਤੇ ਮੈਂ ਸਮਝ ਸੋਚ ਕੇ ਕਰ ਰਿਹਾ ਹਾਂ, ਬੇਮਨ ਤੁਹਾਡਾ। ਕਹਿੰਦੇ ਹੁਣ ਤੇਰੀ ਸ਼ਰਤ ਇਹ ਆ, ਜਿਹੜਾ ਤੈਨੂੰ ਭਰਮ ਪਿਆ ਉਹ ਫੇਰ ਕੱਢੂੰਗਾ ਮੈਂ ਭਰਮ ਤੇਰਾ। ਭਰਮ ਜਿਹੜਾ ਨਾ ਤੈਨੂੰ ਪਿਆ ਹੋਇਆ,
ਬਈ ਇਹ ਸੁਪਨਾ ਕਿੱਥੋਂ ਤੱਕ ਸੱਚਾ ਹੈ। ਇਹ ਭਰਮ ਜਿਹੜਾ ਹੈ ਮੈਂ ਫੇਰ ਕੱਢੂੰ ਤੇਰਾ। ਪਹਿਲਾਂ ਤੋਂ ਜਿਹੜੀ ਦੂਸਰੀ ਸ਼ਰਤ ਰੱਖੀ ਹੋਈ ਆ ਵੀ ਮੈਂ ਘੋੜੇ ਦੀ ਰਕਾਬ 'ਤੇ ਪੈਰ ਰੱਖਾਂ ਤੇ ਘੋੜੇ ਦੇ ਉੱਪਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਗਿਆਨ, ਐਡੀ ਛੇਤੀ ਗਿਆਨ ਦੇ ਪਿਆਰੇ ਦੁਨੀਆ ਦਾ ਅੱਜ ਤੱਕ ਕੋਈ ਦੇ ਸਕਿਆ ਕੋਈ? ਇੱਕ ਪੈਰ ਰੱਖਿਆ ਰਕਾਬ ਦੇ ਉੱਤੇ, ਅਰ ਘੋੜੇ ਤੇ ਚੜ੍ਹਨ ਨੂੰ ਕਿੰਨਾ ਲੱਗੂਗਾ? 7 ਜਾਣੇ 2 ਸੈਕਿੰਡ। 2 ਸੈਕਿੰਡ ਵਿੱਚ ਗਿਆਨ ਹੈ ਕੋਈ ਇਹੋ ਜਿਹਾ ਗੁਰੂ ਜਿਹਨੇ 2 ਸੈਕਿੰਡਾਂ ਵਿੱਚ ਗਿਆਨ ਕਰਾਤਾ ਹੋਵੇ? ਜਦ ਤੁਸੀਂ ਦੁਨੀਆ ਚੁੱਲ੍ਹਣ ਲੱਗੋਗੇ ਨਾ ਤੁਹਾਨੂੰ ਨਹੀਂ ਮਿਲੂਗਾ ਕੋਈ ਵੀ। ਘੋੜੇ ਤੇ ਪੈਰ, ਘੋੜੇ ਦੀ ਰਕਾਬ ਤੇ ਪੈਰ ਰੱਖਿਆ, ਕਹਿੰਦੇ ਤਿਆਰ ਹੋ ਰਾਜਨ, ਪੈਰ ਰੱਖ ਘੋੜੇ ਦੀ ਰਕਾਬ ਤੇ, ਤੈਨੂੰ ਗਿਆਨ ਦੀ ਦਾਤ ਬਖਸ਼ੀ, ਗਿਆਨ ਦੇਗੀ ਤੈਨੂੰ। ਘੋੜੇ ਦੀ ਰਕਾਬ ਤੇ ਪੈਰ ਰੱਖਿਆ। ਹੁਣ ਘੋੜੇ ਤੇ ਰਕਾਬ ਤੇ ਪੈਰ ਰੱਖ ਕੇ 2 ਸੈਕਿੰਡ ਦੀ ਆਪਾਂ ਗੱਲ ਕੀਤੀ ਨਾ, 2 ਸੈਕਿੰਡ ਵਿੱਚ ਬੰਦਾ ਛਾਲ ਮਾਰ ਕੇ ਉੱਪਰ ਚੜ੍ਹ ਜਾਂਦਾ ਸੀ ਘੋੜੇ ਤੇ। ਹਾਂ ਹੁਣ ਵੀ ਚੜ੍ਹ ਸਕਦਾ ਹੈ। ਉਦੋਂ ਰਾਜਾ ਤੇ ਰਾਜਾ ਹੀ ਸੀ ਨਾ, ਫਿਰ ਘੋੜ ਸਵਾਰੀ ਸਿੱਖੀ ਹੋਈ ਸੀ, ਸ਼ਾਸਤਰ ਵਿੱਦਿਆ ਸਿੱਖੀ ਹੋਈ ਸੀ, ਰਾਜਾ ਸੀ ਅਸਲ ਆਖਰ। ਰਾਜਾ ਯੁੱਧ ਵਿੱਦਿਆ ਵਿੱਚ, ਘੋੜ ਸਵਾਰੀ ਵਿੱਚ, ਸ਼ਸਤਰ ਵਿੱਦਿਆ ਵਿੱਚ ਨਿਪੁੰਨ ਹੁੰਦਾ ਤਾਂ ਰਾਜਾ ਬਣਦਾ। ਕੋਈ ਰਾਜਾ ਐਵੇਂ ਤਾਂ ਨਹੀਂ ਬਣ ਜਾਂਦਾ। ਘੋੜੇ ਤੇ ਪੈਰ ਰੱਖਿਆ, ਰਕਾਬ 'ਚ ਪੈਰ ਰੱਖਿਆ, ਦੂਜਾ ਪੈਰ ਧਰਤੀ ਤੋਂ ਚੁੱਕਿਆ, ਉਹਨੇ 2 ਸੈਕਿੰਡਾਂ ਵਿੱਚ ਉੱਪਰ ਘੋੜੇ ਦੀ ਛਾਤੀ ਸਵਾਰੀ ਕਰਨੀ ਸੀਗੀ। ਘੋੜੇ ਤੇ 2 ਸੈਕਿੰਡਾਂ ਵਿੱਚ ਬੈਠਣਾ ਸੀ। ਅਤੇ ਰਾਜੇ ਜਨਕ ਘੋੜੇ ਤੇ ਪੈਰ, ਰਕਾਬ ਤੇ ਪੈਰ ਰੱਖਿਆ, ਅਸ਼ਟਾਵਕਰ ਨੇ 1 ਛਿਣ, 1 ਸੈਕਿੰਡ ਵਿੱਚ ਇਹ ਗੱਲ ਕਹਿੰਦਾ ਰਾਜਨ ਰੁਕੋ, 1 ਸੈਕਿੰਡ ਵੀ ਨਹੀਂ ਲੱਗਦਾ। ਚਲੋ 1 ਸੈਕਿੰਡ ਲਾ ਲਓ। ਉਹਨੇ 2 ਸੈਕਿੰਡ ਵਿੱਚ ਚੜ੍ਹਨਾ ਸੀ ਰਾਜੇ ਨੇ ਘੋੜੇ ਤੇ, ਅਤੇ ਅਸ਼ਟਾਵਕਰ ਨੇ 1 ਸੈਕਿੰਡ ਵਿੱਚ ਕਹਿ ਦਿੱਤਾ ਬਈ ਰੁਕ। ਰਾਜਾ ਨਾ ਤਾਂ ਹੁਣ ਉੱਪਰ ਘੋੜੇ ਤੇ ਚੜ੍ਹ ਸਕਿਆ ਅਤੇ ਨਾ ਧਰਤੀ 'ਤੇ ਰਹਿ ਸਕਿਆ। ਪੁੱਛਿਆ ਕਿਉਂ? ਰੁਕਾਂ ਕਿਉਂ? ਕਹਿੰਦਾ ਮੇਰਾ ਮਨ ਨਹੀਂ ਚਾਹੁੰਦਾ ਮੈਂ ਘੋੜੇ ਤੇ ਚੜ੍ਹਾਂ। ਮਨ ਤੇਰਾ ਨਹੀਂ ਹੋਣੇ, ਇਹ ਮਨ ਮੇਰਾ ਹੈ। ਮੈਂ ਨਹੀਂ ਚਾਹੁੰਦਾ ਕਿ ਤੂੰ ਘੋੜੇ ਤੇ ਚੜ੍ਹਾਂ, ਮੈਂ, ਮੇਰੀ ਮਰਜ਼ੀ ਹੈ ਨਾ। ਰਾਜੇ ਦੇ ਥੋੜ੍ਹਾ ਜਿਹਾ ਦਿਮਾਗ ਸੈੱਟ ਹੋਇਆ ਵੀ ਤਾਂ ਸਾਰੀ ਮਨ ਦੀ ਖੇਡ ਸੀਗੀ। ਮਨ ਹੀ ਭਰਮਿਆ ਫਿਰਦਾ ਸੀਗਾ। ਮਨ ਮੈਂ ਤਾਂ ਗੁਰੂ ਨੂੰ ਦੇ ਦਿੱਤਾ। ਗੁਰੂ ਨੇ ਫਿਰ ਸਾਨੂੰ ਸਮਝਾਇਆ, ਕਹਿੰਦੇ ਜਦੋਂ ਇਸ ਮਨ ਨੂੰ ਗਿਆਨ ਹੁੰਦਾ ਹੈ, ਜਦੋਂ ਇਸ ਮਨ ਨੂੰ ਗਿਆਨ ਹੁੰਦਾ, ਮਨ ਨੂੰ ਚੋਟ ਲੱਗਦੀ ਹੈ, ਸ਼ਬਦ ਦੀ ਚੋਟ ਲੱਗਦੀ ਹੈ। ਇਹ ਹੁਣ ਸ਼ਬਦ ਦੀ ਚੋਟ ਲੱਗੀ ਨਾ, ਰਾਜੇ ਜਨਕ ਨੂੰ ਸ਼ਬਦ ਦੀ ਚੋਟ ਲੱਗੀ। ਅਤੇ ਚੋਟ ਲੱਗੀ ਕਿੱਦਾਂ? ਸੁਣਨ ਕਰਕੇ। ਜਦੋਂ ਅਸ਼ਟਾਵਕਰ ਨੇ ਕਿਹਾ ਰਾਜਨ ਰੁਕ, ਰਾਜਨ ਰੁਕ ਜਿਹੜਾ ਸ਼ਬਦ ਸੀ ਨਾ, ਤੇ ਰਾਜੇ ਨੇ ਸੁਣਿਆ ਤਾਂ ਰੁਕਿਆ ਨਾ, ਤੇ ਤਾਂ ਉਹਨੂੰ ਗਿਆਨ ਹੋਇਆ ਨਾ। ਕਹਿੰਦਾ ਥੱਲੇ ਪੈਰ ਕਰ ਲਓ। ਧਰਤੀ ਦੇ ਸਾਵਧਾਨ ਹੋ ਕੇ ਖੜ ਗਿਆ। ਪੁੱਛਿਆ ਰਾਜਨ ਇਹ ਮੇਰਾ ਮਨ ਹੈ, ਮੈਂ ਇਹਨੂੰ ਜਿੱਧਰ ਲਾਊਂ ਉੱਧਰ ਲੱਗਣਾ ਇਹਨੇ। ਹੁਣ ਮੈਂ ਤੈਨੂੰ ਗਿਆਨ ਦੇਣਾ ਹੈ ਤੇ ਪਹਿਲਾਂ ਤੇਰੇ ਸ਼ੰਕਿਆਂ ਦੀ ਨਿਵਰਤੀ ਕਰ ਦੇਵਾਂ। ਤੇਰਾ ਭਰਮ ਪਿਆ ਜਿਹੜਾ ਹੋਇਆ
ਉਹਨੂੰ ਪਹਿਲਾਂ ਮੈਂ ਨਿਵਰਤ ਕਰ ਦੇਵਾਂ, ਭਾਵ ਤੇਰੀ ਤਸੱਲੀ ਕਰਾ ਦੇਵਾਂ। ਸਾਵਧਾਨ ਹੋ ਕੇ ਬੈਠ ਗਿਆ। ਕਹਿਣ ਲੱਗਾ ਜੀ ਹੁਕਮ। ਕਹਿਣ ਲੱਗੇ ਨਾ ਤਾਂ ਤੇਰਾ ਇਹ ਰਾਜ ਸੱਚਾ, ਇਹ ਅੱਜ ਨਹੀਂ ਗਿਆ ਤੇ ਕੱਲ੍ਹ ਨੂੰ ਜਾਊਗਾ। ਤਾਂ ਜਿੰਦਾ ਚਿਰ ਤੂੰ ਜੀਂਦਾ ਹੈ ਉਨਾ ਚਿਰ ਰਾਜ ਕਰ ਲਵੇਂਗਾ। ਮੰਨ ਲਓ ਅਸਲ ਤੇ ਰਾਜ ਪਹਿਲਾਂ ਹੀ ਖੁੱਸ ਜਾਂਦਾ ਹੈ, ਬੱਚੇ ਜਵਾਨ ਹੁੰਦੇ ਲੈ ਲੈਂਦੇ ਆ ਰਾਜ, ਜਦ ਰਾਜਾ ਆਪ ਦਿੰਦਾ, ਨਹੀਂ ਤੇ ਬੱਚੇ ਆਪ ਲੋਕ ਖੋਹ ਲੈਂਦੇ ਰਾਜ। ਖੁਸ਼ਦੇ ਦੇਖੇ ਸੰਸਾਰ ਵਿੱਚ ਰਾਜਿਆਂ ਕੋ ਬੱਚਿਆਂ ਨੇ ਰਾਜ ਖੋਏ। ਇਹ ਰਾਜ ਵੀ ਤੇਰਾ ਝੂਠਾ ਹੈ। ਕੁਛ ਦਿਨ ਵਾਸਤੇ ਤੂੰ ਸੱਚਾ ਮੰਨਿਆ ਇਹਨੂੰ, ਜਿਹੜਾ ਤੈਨੂੰ ਸੁਪਨਾ ਆਇਆ ਵੀ ਮੈਂ ਭਿਖਾਰੀ ਬਣ ਗਿਆ, ਉਹ ਸੁਪਨਾ ਵੀ ਤੇਰਾ ਝੂਠਾ ਹੈ। ਰਾਜ ਵੀ ਝੂਠਾ ਹੈ, ਸੁਪਨਾ ਵੀ ਤੇਰਾ ਝੂਠਾ ਹੈ। ਸੱਚਾ ਕੇਵਲ ਗੁਰੂ ਦਾ ਸ਼ਬਦ ਆ। ਗੁਰੂ ਦੇ ਸ਼ਬਦ ਨਾਲ ਜਿੰਨਾ ਇੱਕ ਮਿੱਕ ਹੋ ਜਾਵੇਗਾ, ਉਨੇ ਵਹਿਮ ਭਰਮ ਤੇਰੇ ਦੂਰ ਹੋ ਜਾਣਗੇ। ਦੇਖੋ ਪਿਆਰਿਓ, ਅੱਜ ਸਾਡੇ ਵਿੱਚ ਪਤਾ ਕਿੰਨੀ ਵੱਡੀ ਕਮੀ ਆ ਗਈ। ਅਸੀਂ ਹੋਕਾ ਦਿੰਦੇ ਫਿਰਦੇ ਹਾਂ, ਇਸ਼ਤਿਹਾਰ ਛਪਾਉਂਦੇ ਫਿਰਦੇ ਹਾਂ, ਗੁਰੂ ਵਾਲੇ ਬਣੋਵੇ, ਗੁਰੂ ਵਾਲੇ ਬਣੋਵੇ। ਕਿਸੇ ਨੂੰ ਧੱਕੇ ਨਾਲ ਗੁਰੂ ਵਾਲੇ ਬਣਾਇਆ ਜਾਂਦਾ। ਗੁਰੂ ਤਾਂ ਉਹ ਗੁਰੂਪਨ ਨੂੰ ਸਮਝਦਾ ਹੈ ਜਿਹਨੇ ਗੁਰੂ ਦੀ ਕੀਮਤ ਅਦਾ ਕੀਤੀ ਹੋਵੇ, ਜਿਹਨੇ ਤਨ ਮਨ ਗੁਰੂ ਨੂੰ ਦਿੱਤਾ ਹੋਵੇ। ਉਹਨੂੰ ਪਤਾ ਹੁੰਦਾ ਗੁਰੂ ਦੀ ਕੀ ਕਦਰ ਆ, ਉਹਨੂੰ ਪਤਾ ਹੁੰਦਾ ਗੁਰੂ ਦਾ ਕੀ ਸਤਿਕਾਰ ਆ, ਗੁਰੂ ਦੀ ਕੀ ਭੇਟਾ ਆ। ਜੇ ਅਸੀਂ ਮੁਕਤ ਕਿਰਪਾਨਾਂ ਵੰਡ ਕੇ, ਮੁਕਤ ਚੋਲੇ, ਮੁਕਤ ਕਕਾਰ ਵੰਡ ਕੇ, ਹੋਕੇ ਦੇ ਕੇ, ਵਾਜਾ ਮਾਰ ਮਾਰ ਕੇ ਅੰਮ੍ਰਿਤ ਛਕਾਵਾਂਗੇ, ਗੁਰੂ ਨਾਲ ਜੋੜਾਂਗੇ। ਇੱਦਾਂ ਗੁਰੂ ਨਾਲ ਕੋਈ ਨਹੀਂ ਜੁੜਦਾ ਪਿਆਰਿਓ। ਇਹ ਤਾਂ ਮੰਗਣ ਦੀ ਦਾਤ ਸੀਗੀ, ਮੰਗ ਕੇ ਲੈਣ ਦੀ ਦਾਤ ਸੀਗੀ। ਅਸੀਂ ਇਹਨੂੰ ਖੇਡ ਬਣਾ ਲਿਆ। ਸਮਾਂ ਹੋ ਗਿਆ, ਪਾਤਸ਼ਾਹ ਕਿਰਪਾ ਕਰੇ। ਜਿੰਨੀ ਕੁ ਵਿਚਾਰ ਆਪਾਂ ਨੂੰ ਪਾਤਸ਼ਾਹ ਨੇ ਬਖਸ਼ ਕੀਤੀ ਹੈ, ਕਬੂਲ ਕਰਨੇ। ਕੱਲ੍ਹ ਨੂੰ ਜੋ ਆਪਣੇ 'ਤੇ ਪਾਤਸ਼ਾਹ ਕਿਰਪਾ ਕਰਨਗੇ, ਕੱਲ੍ਹ ਨੂੰ ਆਪਾਂ ਉਹੋ ਜਿਹੀ ਵਿਚਾਰ ਕਰ ਦੇਵਾਂਗੇ। ਉਹੀਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।